Good morning students. Today we discuss about next topic globalization. Globalization की है विश्वीकरण. The process of integrating the economy of a country with the world economy is known as globalization. ਜਦੋਂ ਆਪਾਂ ਆਪਣੀ ਇਕੋਨਮੀ ਨੂੰ ਪੂਰੇ ਸੰਸਾਰ ਦੇ ਇਕੋਨਮੀ ਦੇ ਵਿੱਚ ਇੰਟੀਗ੍ਰੇਟ ਕਰਦੇ ਹਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ ਗਲੋਬਲਾਈਜੇਸ਼ਨ ਵਿਸ਼ਵੀਕਰਨ ਗਲੋਬਲਾਈਜੇਸ਼ਨ ਕੀ ਆ ਪ੍ਰਮੋਟ ਫਰੀ ਟ੍ਰੇਡ ਨੂੰ ਪ੍ਰਮੋਟ ਕਰਦਾ ਹੈ ਜਿਹਦੇ ਵਿੱਚ ਵਰਲਡ ਟ੍ਰੇਡ ਇਕੋਨਮੀ ਨੂੰ ਇੰਟੀਗ੍ਰੇਟ ਯੂਨਿਟਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹਦੇ ਵਿੱਚ ਆਪਾਂ ਕਿਹੜੀਆਂ ਐਗਜ਼ੰਪਸ਼ਨਸ ਲੈਂਦੇ ਆ ਇਕਨੋਮਿਕ ਗਰੋਥ ਦੇ ਵਿੱਚ ਅਤੇ ਇੰਡੀਆ ਕੀ ਅਡੋਪਟ ਕੀਤੀ ਹੈ ਇੰਡੀਆ ਨੇ ਜਿਹੜੀ ਆ ਪੋਲਿਸੀ ਅਡੋਪਟ 1991 ਦੇ ਵਿੱਚ ਕੀਤੀ ਅਤੇ ਸਾਈਨ ਕੀਤਾ ਗੈਟ ਔਰ ਜੁਆਇਨ ਕੀਤਾ WTO ਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੂੰ। ਠੀਕ ਹੈ। ਨੈਕਸਟ ਹੈ ਮੇਅਰਜ਼ ਅਡੋਪਸ਼ਨ ਅੰਡਰ ਗਲੋਬਲਾਈਜੇਸ਼ਨ ਜਾਂ ਫੀਚਰਸ ਆਫ ਗਲੋਬਲਾਈਜੇਸ਼ਨ 1991 ਦੇ ਵਿੱਚ ਜਿਹੜੀ ਇਹ ਪੋਲਿਸੀ ਨੂੰ ਅਡੋਪਟ ਕੀਤਾ ਸੀਗਾ ਕਾਹਦੇ ਲਈ ਕੀਤਾ ਸੀ ਐਕਸਪੋਰਟ ਨੂੰ ਪ੍ਰਮੋਟ ਕਰਨ ਲਈ ਕਿਹਦਾ ਸਬਸਟੀਟਿਊਸ਼ਨ ਦੇ ਲਈ ਕੀਤਾ ਸੀ ਇੰਪੋਰਟ ਦੇ ਸਬਸਟੀਟਿਊਟ ਦੇ ਉੱਤੇ ਮੀਨਸ ਐਕਸਪੋਰਟ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਸੀ। ਸੈਕਿੰਡ ਵਨ ਇਹਦੇ ਵਿੱਚ ਜਿਹੜਾ ਫੋਰਨ ਕੈਪੀਟਲ ਆ ਉਹਦਾ ਇਨਫਲੋ ਕੀਤਾ ਗਿਆ ਆਊਟਫਲੋ ਕਾਹਦਾ ਕੀਤਾ ਗਿਆ ਫੋਰਨ ਐਕਸਚੇਂਜ ਦਾ ਆਪਣੀਆਂ ਅਦਰ ਕੰਟਰੀਜ਼ ਨੂੰ ਪਰਮਿਟ ਕਰਨ ਦੇ ਲਈ ਲਾਅ ਐਂਡ ਰੈਗੂਲੇਸ਼ਨਸ ਜਿਹੜੇ ਸੀਗੇ ਫੋਰਨ ਕੈਪੀਟਲ ਐਂਡ ਫੋਰਨ ਇਨਵੈਸਟਮੈਂਟ ਦੇ ਵਿੱਚ ਸਿੰਪਲੀਫਾਈ ਕੀਤੇ ਗਏ। ਲਿਬਰਲਾਈਜ਼ਡ ਐਕਸਚੇਂਜ ਰੇਟ ਸਿਸਟਮ ਆ ਇਹਦੇ ਵਿੱਚ ਯੂਜ਼ ਕੀਤਾ ਜਾਂਦਾ। ਫੋਰਥ ਵਨ ਆ ਇਹਦੇ ਵਿੱਚ 1973 ਦੇ ਵਿੱਚ ਫੈਰਾ ਯੂਜ਼ ਕੀਤੀ 1999 ਦੇ ਵਿੱਚ ਫੈਮਾ ਇੰਪਲੀਮੈਂਟ ਕੀਤਾ ਗਿਆ। ਇਹ ਕਾਹਦੇ ਲਈ ਕੀਤੇ ਗਏ ਰੈਗੂਲੇਸ਼ਨ ਦੇ ਲਈ ਅਤੇ ਰਿਪਲੇਸ ਕਰਨ ਲਈ ਫੋਰਨ ਐਕਸਚੇਂਜ ਨੂੰ ਮੈਨੇਜਮੈਂਟ ਦੇ ਅੰਡਰ। ਫਿਫਥ ਵਨ ਗਲੋਬਲਾਈਜੇਸ਼ਨ ਦੇ ਕਰਕੇ ਕਹਿੰਦੇ ਇੰਡੀਪੈਂਡੈਂਸ ਆ ਗਈ ਇੰਡੀਅਨ ਇਕੋਨਮੀ ਦੇ ਵਿੱਚ ਤਾਂ ਕਿ ਜਿਹੜਾ ਆਪਣਾ ਆ ਵਰਲਡ ਇਕੋਨਮੀ ਆ ਹੋਰ ਦਿਨ ਪਰ ਦਿਨ ਜਿਹੜੀਆਂ ਇਨਕਰੀਜ਼ ਹੁੰਦੀ ਜਾਏ। ਨੈਕਸਟ ਹੈ ਸਿਕਸਥ ਪੁਆਇੰਟ ਆ ਪ੍ਰਮੋਟ ਕੀਤਾ ਗਲੋਬਲਾਈਜੇਸ਼ਨ ਨੂੰ ਇੰਡੀਅਨ ਇਕੋਨਮੀ ਦੇ ਅੰਡਰ ਜਿਹਦੇ ਵਿੱਚ ਇੰਡੀਆ ਫਸਟ ਸਾਈਨ ਕੀਤਾ ਸੀ ਗੈਟ ਜੋਨਲ ਐਗਰੀਮੈਂਟ ਔਨ ਟੈਰਿਫ ਐਂਡ ਟ੍ਰੇਡ ਅਤੇ ਉਹਨਾਂ ਨੇ ਮੈਂਬਰ ਬਣਿਆ ਸੀਗਾ ਕਾਹਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ। ਨੈਕਸਟ ਹੈ ਮੈਰਿਟਸ ਫਸਟ ਵਨ ਹੈ ਇੰਪਰੂਵਮੈਂਟ ਇਨ ਸਟੈਂਡਿੰਗ ਆਫ ਲਿਵਿੰਗ ਗਲੋਬਲਾਈਜੇਸ਼ਨ ਦੇ ਆਉਣ ਦੇ ਨਾਲ ਜਿਹੜਾ ਲੋਕਾਂ ਦਾ ਰਹਿਣ ਦਾ ਪੱਧਰ ਆ ਉਹ ਵਧੀਆ ਹੋ ਗਿਆ ਜਿਹਦੇ ਕਰਕੇ ਅਲੱਗ ਜਿਹੜੇ ਪ੍ਰੋਡਕਟ ਆ ਉਹਨਾਂ ਦਾ ਜਿਹੜਾ ਆ ਪ੍ਰਾਈਜ਼ ਆ ਘਟਣਾ ਸ਼ੁਰੂ ਹੋ ਗਿਆ ਅਤੇ ਹਰ ਇੱਕ ਜਿਹੜੇ ਲੋਕੀ ਆ ਉਹ ਆਪਣੇ ਕੰਜ਼ਿਊਮਰਸ ਇੰਡੀਅਨ ਕੰਜ਼ਿਊਮਰਸ ਆ ਉਹਦੇ ਵਿੱਚ ਉਹਨਾਂ ਦਾ ਜਿਹੜਾ ਰਹਿਣ ਦਾ ਪੱਧਰ ਆ ਉਹ ਵਧੀਆ ਹੋ ਗਿਆ। ਸੈਕਿੰਡ ਵਨ ਹੈ ਇਨਕਰੀਜ਼ ਇਨ ਫੋਰਨ ਕੋਲੈਬੋਰੇਸ਼ਨ ਮੀਨਸ ਬਾਹਰਲੇ ਦੇਸ਼ਾਂ ਨਾਲ ਕੀ ਆ ਇਕੱਠਤਾ ਜ਼ਿਆਦਾ ਵੱਧ ਗਈ ਜਿਹਦੇ ਕਰਕੇ ਫੋਰਨ ਕੰਪਨੀਜ਼ ਦੇ ਨਾਲ ਲੈਣ ਦੇਣ ਦਾ ਜਿਹੜਾ ਆ ਕੋਲੈਬੋਰੇਟ ਹੋ ਗਿਆ ਮੋਡਰਨ ਟੈਕਨੋਲੋਜੀ ਯੂਜ਼ ਕਰਨ ਲੱਗ ਪਏ ਇੰਡੀਅਨ ਕੰਪਨੀਜ਼ ਜਿਹਦੇ ਨਾਲ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵੱਧ ਗਈ। ਥਰਡ ਵਨ ਐਕਸਪੈਂਸ਼ਨ ਆਫ ਮਾਰਕੀਟ ਗਲੋਬਲਾਈਜੇਸ਼ਨ ਦੇ ਆਉਣ ਨਾਲ ਜਿਹੜੀਆਂ ਇੰਡੀਅਨ ਮਾਰਕੀਟ ਆ ਕੰਪਨੀਜ਼ ਆ ਉਹਨਾਂ ਦਾ ਵੀ ਐਕਸਪੈਂਡ ਹੋ ਗਿਆ ਅਤੇ ਉਹਨਾਂ ਦੇ ਵਿੱਚ ਕਿੱਦਾਂ ਦੀਆਂ ਐਕਸਪੈਂਡ ਹੋ ਗਈਆਂ ਕਿਹੜੀਆਂ ਕੰਪਨੀਜ਼ ਆ ਉਹਨਾਂ ਦਾ ਸਾਈਜ਼ ਆ ਵੱਧ ਗਿਆ ਲਾਈਕ ਐਜ਼ ਆ ਟਾਟਾ ਇਨਫੋਜ਼ ਵਿਪਰੋ ਐਕਸੈਕਟਰਾ ਇਹ ਸਾਰੀਆਂ ਰਿਲਾਇੰਸ ਇਹ ਫੇਮਸ ਬਣ ਗਈਆਂ ਇਹ ਪੂਰੇ ਸੰਸਾਰ ਦੀਆਂ ਫੇਮਸ ਜਿਹੜੀਆਂ ਆ ਕੰਪਨੀਜ਼ ਬਣ ਗਈਆਂ। ਫੋਰਥ ਵਨ ਆ ਬ੍ਰੈਂਡ ਡਿਵੈਲਪਮੈਂਟ ਗਲੋਬਲਾਈਜੇਸ਼ਨ ਦੇ ਨਾਲ ਆਉਣ ਨਾਲ ਜਿਹੜੇ ਬ੍ਰੈਂਡ ਆ ਉਹਨਾਂ ਦੇ ਵਿੱਚ ਵੀ ਡਿਵੈਲਪਮੈਂਟ ਆ ਗਈ ਡੇਲੀ ਨੀਡਸ ਦੇ ਵਿੱਚ ਜਿਹੜੇ ਯੂਜ਼ ਕਰਦੇ ਆ ਕੰਜ਼ਿਊਮਿੰਗ ਬ੍ਰੈਂਡ ਹੋ ਗਏ ਲਾਈਕ ਐਜ਼ ਆ ਸੋਪ ਟੂਥਪੇਸਟ ਤੁਸੀਂ ਪੈਪਸੂਡੈਂਟ ਯੂਜ਼ ਕਰਦੇ ਹੋ ਨੋਟਬੁੱਕਸ ਪੈਨਸ ਐਕਸੈਕਟਰਾ ਇਹਨਾਂ ਦੇ ਅਲੱਗ ਬ੍ਰੈਂਡਸ ਆ ਗਏ ਜਿਵੇਂ ਕਿ ਹੁਣ ਤੁਸੀਂ ਬੁੱਕਸ ਆ ਯੂਜ਼ ਕਰਦੇ ਹੋ ਇਕਨੋਮਿਕਸ ਦੀਆਂ ਲੈ ਲੈਂਦੇ ਹਾਂ ਆਪਾਂ ਜਾਂ ਸਟੱਡੀਜ਼ ਦੀ ਲੈ ਲੈਂਦੇ ਹਾਂ ਯੂਨੀਮੈਕਸ ਸਪੈਕਟਰਮ ਐਕਸੈਕਟਰਾ ਇਹਦੇ ਵਿੱਚ ਇਹਨਾਂ ਦੀ ਕੁਆਲਿਟੀ ਆ ਜਿਹੜੀ ਆ ਕੇ ਉਹਨਾਂ ਦੇ ਕੰਜ਼ਿਊਮਰ ਦੇ ਬਿਹਾਫ 'ਤੇ ਬਣ ਗਏ। ਨੈਕਸਟ ਹੈ ਇਨਕਰੀਜ਼ ਇਨ ਇੰਪਲੋਇਮੈਂਟ ਇਹਦੇ ਲਾਰਜ ਨੰਬਰ ਆਫ ਇੰਪਲੋਇਮੈਂਟ ਓਪਰਚੁਨਿਟੀਜ਼ ਮਿਲਣ ਲੱਗ ਪਈਆਂ ਗਲੋਬਲਾਈਜੇਸ਼ਨ ਦੇ ਆਉਣ ਦੇ ਨਾਲ ਫੋਰਨ ਕੰਪਨੀਜ਼ ਆ ਉਹਨਾਂ ਨੂੰ ਇੰਡੀਆ ਦੇ ਵਿੱਚ ਹੀ ਐਸਟੈਬਲਿਸ਼ ਕਰਨਾ ਸਟਾਰਟ ਕਰ ਦਿੱਤਾ ਡਾਇਰੈਕਟਲੀ ਗ੍ਰਾਂਟਡ ਇੰਪਲੋਇਮੈਂਟ ਓਪਰਚੁਨਿਟੀਜ਼ ਮਿਲ ਗਈਆਂ ਇੰਡੀਆ ਦੇ ਵਿੱਚ ਜਿਹਦੇ ਨਾਲ ਕੀ ਹੈ ਇੰਡਾਇਰੈਕਟਲੀ ਵੀ ਕੰਮ ਮਿਲਣ ਲੱਗ ਪਿਆ ਅਤੇ ਇੰਡਾਇਰੈਕਟਲੀ ਵੀ ਕੰਮ ਮਿਲਣ ਲੱਗ ਪਿਆ। ਨੈਕਸਟ ਹੈ ਡਿਵੈਲਪਮੈਂਟ ਆਫ ਕੈਪੀਟਲ ਮਾਰਕੀਟ ਗਲੋਬਲਾਈਜੇਸ਼ਨ ਦੇ ਆਉਣ ਦੇ ਨਾਲ ਜਿਹੜੀ ਆ ਕੀ ਆ ਆਪਣੀ ਕੈਪੀਟਲ ਮਾਰਕੀਟ ਦੇ ਵਿੱਚ ਹੋਰ ਵਾਧਾ ਹੋਇਆ ਜਿਹਦੇ ਨਾਲ ਇਨਵੈਸਟਰਸ ਆ ਡੇਲੀ ਰੈਗੂਲਰ ਇਨਵੈਸਟ ਕਰਨ ਲੱਗ ਪਏ ਬਿਨਾਂ ਕਿਸੇ ਡਰ ਤੋਂ ਪੂਰੀ ਆਜ਼ਾਦੀ ਦੇ ਨਾਲ ਆਪਣੀ ਕੰਟਰੀ ਦੇ ਵਿੱਚ ਹੀ ਉਹ ਰੈਗੂਲਰ ਇਨਵੈਸਟ ਕਰਨ ਲੱਗ ਪਏ ਜਿਹਦੇ ਨਾਲ ਜਿਹੜੀ ਆਪਣੀ ਕੈਪੀਟਲ ਮਾਰਕੀਟ ਵਿੱਚ ਵੀ ਵਾਧਾ ਹੋਇਆ। ਸੈਵਨਥ ਵਨ ਹੈ ਇਨਕਰੀਜ਼ ਇਨ ਫੋਰਨ ਐਕਸਚੇਂਜ ਰਿਜ਼ਰਵਸ ਗਲੋਬਲਾਈਜੇਸ਼ਨ ਦੇ ਆਉਣ ਦੇ ਨਾਲ ਜਿਹੜਾ ਆਪਣੇ ਕੋਲ ਰਿਜ਼ਰਵਸ ਆ ਉਹ ਵੀ ਉਹਨਾਂ ਦੇ ਵਿੱਚ ਵੀ ਵਾਧਾ ਹੋਇਆ ਕੈਪੀਟਲ ਆਪਾਂ ਕੀ ਕਿਉਂਕਿ ਹੁਣ
ਲੈਣ ਦੇਣ ਫੋਰਨ ਕੰਟਰੀਜ਼ ਦੇ ਨਾਲ ਚੱਲਣਾ ਸੀਗਾ, ਇਸ ਕਰਕੇ ਜਿਹੜੇ ਫੋਰਨ ਰਿਜ਼ਰਵਸ ਸੀਗੇ ਉਹ ਆਪਣੀ ਇੰਡੀਆ ਕੰਟਰੀ ਦੇ ਵਿੱਚ ਜਿਹੜੇ ਆ ਕਿ ਰਿਜ਼ਰਵਸ ਨੂੰ ਜ਼ਿਆਦਾ ਅਮਾਊਂਟ ਦੇ ਵਿੱਚ ਰੱਖਣਾ ਪਿਆ। ਇਨਕਰੀਜ਼ ਕਿੰਨੇ USA ਕਿੰਨਾ ਰੱਖਣਾ ਪਿਆ ਡਾਲਰ 450 ਬਿਲੀਅਨ ਐਟ ਪ੍ਰੈਜ਼ੈਂਟ ਜਿਹੜਾ ਆ ਰੱਖਿਆ ਜਾਂਦਾ ਆ। ਡਿਵੈਲਪਮੈਂਟ ਆਫ ਸਰਵਿਸ ਸੈਕਟਰ ਦੇ ਵਿੱਚ ਵੀ ਡਿਵੈਲਪਮੈਂਟ ਹੋ ਗਈ ਕਿਉਂਕਿ ਹੁਣ ਆਪਣਾ ਜਿਹੜਾ ਦੇਸ਼ ਉਹ ਪੂਰਾ ਦੇਸ਼ ਆ ਵਰਲਡ ਦੇ ਬਿਹਾਫ 'ਤੇ ਜਿਹੜਾ ਐਕਸਚੇਂਜ ਕੀਤਾ ਜਾਂਦਾ ਹੈ, ਇੰਪੋਰਟ ਐਂਡ ਐਕਸਪੋਰਟ ਕੀਤਾ ਜਾਂਦਾ। ਆਪਾਂ ਐਕਸਪੋਰਟ ਨੂੰ ਇੱਥੇ ਜ਼ਿਆਦਾ ਕੀਤਾ ਸੀ, ਹੁਣ ਸਰਵਿਸਿਜ਼ ਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣ ਲਈ, ਕਮਿਊਨੀਕੇਸ਼ਨ ਦੇ ਲਈ, ਟੈਲੀ ਕਮਿਊਨੀਕੇਸ਼ਨ, ਇੰਸ਼ੋਰੈਂਸ, ਬੈਂਕਿੰਗ, ਟੂਰਿਜ਼ਮ, ਟਰਾਂਸਪੋਰਟ, ਇਹਨਾਂ ਦੇ ਵਿੱਚ ਵੀ ਬਹੁਤ ਸਾਰਾ ਵਾਧਾ ਹੋ ਗਿਆ। ਨੈਕਸਟ ਹੈ ਇਨਕਰੀਜ਼ ਇਨ ਫੋਰਨ ਟਰੇਡ ਦੇ ਵਿੱਚ ਵੀ ਵਾਧਾ ਹੋ ਗਿਆ। ਜਦੋਂ ਹੁਣ ਵਨ ਪਲੇਸ ਟੂ ਅਨਦਰ ਪਲੇਸ ਲੈ ਕੇ ਜਾਣਾ ਆ ਉਹਦੇ ਵਿੱਚ ਆਪਣੇ ਕੋਲ ਟੈਰਿਫ ਜਿਹੜਾ ਟੈਕਸ ਆ ਉਹ ਘੱਟ ਲੱਗਣਾ ਸਟਾਰਟ ਹੋ ਗਿਆ। ਉਹਦੇ ਵਿੱਚ ਹੁਣ ਐਟ ਪ੍ਰੈਜ਼ੈਂਟ ਉਹ ਰਿਮੂਵਡ ਹੀ ਹੋ ਗਿਆ, ਜਿਹਦੇ ਕਰਕੇ ਜਿਹੜੀ ਸਬਸਟੀਟਿਊਟ ਜਿਹੜੀਆਂ ਟਰਮਸ ਆ ਉਹ ਇਨਕਰੀਜ਼ ਕੀਤੀਆਂ ਗਈਆਂ, ਜਿਹਦੇ ਕਰਕੇ ਆਪਣੇ ਕੋਲ ਜਿਹੜਾ ਹੈ ਆਪਣੀ ਇੰਡੀਆ ਨੂੰ ਕੰਟਰੀ ਨੂੰ ਬੈਨੀਫਿਟਸ ਹੋਏ। ਨੈਕਸਟ ਹੈ ਲਾਸਟ ਵਨ ਇਨਕਰੀਜ਼ ਇਨ ਫੋਰਨ ਇਨਵੈਸਟਮੈਂਟ। ਗਲੋਬਲਾਈਜੇਸ਼ਨ ਦੇ ਕਰਕੇ ਇੰਡੀਅਨ ਇਕੋਨਮੀ ਨੂੰ ਕਹਿੰਦੇ ਇਨਵੈਸਟਮੈਂਟ ਦੇ ਵਿੱਚ ਵੀ ਵਾਧਾ ਹੋਇਆ। ਭਾਰਤ ਵਿੱਚ ਦੋਨੋਂ ਹੀ ਦੇ ਵਿੱਚ ਕਿੱਦਾਂ ਦੇ ਇਨਵੈਸਟਮੈਂਟ ਕੀਤੇ ਜਾਂਦੇ ਸੀ, ਡਾਇਰੈਕਟ ਇਨਵੈਸਟਮੈਂਟ ਐਂਡ ਪੋਰਟਫੋਲੀਓ ਇਨਵੈਸਟਮੈਂਟ। ਡਾਇਰੈਕਟ ਇਨਵੈਸਟਮੈਂਟ ਮੀਨਸ ਆਪਣੀ ਕੰਟਰੀ ਦੇ ਵਿੱਚ, ਪੋਰਟਫੋਲੀਓ ਇਨਵੈਸਟਮੈਂਟ ਮੀਨਸ ਕਿ ਆਪਾਂ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਇਨਵੈਸਟਮੈਂਟ ਕਰ ਸਕਦੇ ਹਾਂ। ਨੈਕਸਟ ਹੈ ਆਪਣੇ ਕੋਲ ਡੀਮੈਰਿਟਸ। ਫਸਟ ਵਨ ਆ ਲਾਸ ਟੂ ਡੋਮੈਸਟਿਕ ਇੰਡਸਟਰੀਜ਼। ਡੋਮੈਸਟਿਕ ਇੰਡਸਟਰੀਜ਼ ਨੂੰ ਕਿਵੇਂ ਲਾਸ ਹੋਇਆ? ਕਿਉਂਕਿ ਆਪਾਂ ਇਹਦੇ ਵਿੱਚ ਕਿਹੜੀਆਂ ਇੰਡਸਟਰੀਜ਼ ਯੂਜ਼ ਕਰਦੇ ਹਾਂ, ਓਨਲੀ ਆਪਾਂ ਇਹਦੇ ਵਿੱਚ ਇੰਡਸਟਰੀਜ਼ ਜਿਹੜੀਆਂ ਫੋਰਨ ਇੰਡਸਟਰੀਜ਼ ਨੂੰ ਯੂਜ਼ ਕਰਦੇ ਸੀ। ਇਹਦੇ ਵਿੱਚ ਜਿਹੜੀਆਂ ਡੋਮੈਸਟਿਕ ਇੰਡਸਟਰੀ ਦੇ ਵਿੱਚ ਸਮੋਲ ਐਂਡ ਬਿਗ ਇੰਡਸਟਰੀਜ਼ ਆ ਉਹਨਾਂ ਦੀ ਕੁਆਂਟਿਟੀ ਆ ਗੁੱਡਸ ਦੀ ਉਹ ਘਟਾ ਦਿੱਤੀ ਗਈ, ਉਹਨਾਂ ਦਾ ਲੋ ਕੋਸਟ ਕਰ ਦਿੱਤਾ। ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵੀ ਉਹਨਾਂ ਦੀ ਜਿਹੜੀ ਕੁਆਲਿਟੀ ਉਹ ਬੈਟਰ ਨਹੀਂ ਗੀ। ਆਪਾਂ ਓਨਲੀ ਗਲੋਬਲਾਈਜੇਸ਼ਨ ਦੇ ਬਿਹਾਫ 'ਤੇ ਜਿਹੜੀਆਂ ਬਿਗ ਫੋਰਨ ਕੰਪਨੀਜ਼ ਆ ਉਹਨਾਂ ਦੇ ਕੁਆਲਿਟੀ ਨੂੰ ਹੀ ਮੇਨਟੇਨ ਰੱਖਿਆ। ਸੈਕਿੰਡ ਹੈ ਡੈਮੋਸਟ੍ਰੇਸ਼ਨ ਇਫੈਕਟ। ਡੈਮੋਸਟ੍ਰੇਸ਼ਨ ਇਫੈਕਟ ਕੀ ਆ? ਕੰਜ਼ਿਊਮਰ ਆ ਉਹਨਾਂ ਨੂੰ ਫੋਰਨ ਗੁੱਡਸ ਈਜ਼ੀ ਅਵੇਲੇਬਲ ਹੋਣ ਲੱਗ ਪਈਆਂ, ਜਿਹਦੇ ਕਰਕੇ ਆਪਣੇ ਕੰਜ਼ੰਪਸ਼ਨ ਗੁੱਡਸ ਆ ਜਿਹੜੀਆਂ ਲਗਜ਼ਰੀਜ਼ ਗੁੱਡਸ ਆ ਟੈਂਡੈਂਸੀ ਆ ਉਹਨਾਂ ਦੀ ਵੇਸਟਫੁਲ ਐਕਸਪੈਂਡੀਚਰ ਉਹ ਇੱਦਾਂ ਦੀਆਂ ਚੀਜ਼ਾਂ 'ਤੇ ਜ਼ਿਆਦਾ ਖਰਚਾ ਹੋਣ ਲੱਗ ਪਿਆ, ਜਿਹਦੇ ਵਿੱਚ ਕੀ ਆ ਆਪਣੇ ਜਿਹੜੇ ਇੰਡੀਅਨ ਆ ਉਹ ਦਿਖਾਵੇ ਦੀਆਂ ਵਸਤੂਆਂ ਨੂੰ ਜ਼ਿਆਦਾ ਅਫੈਕਟ ਕਰਨ ਲੱਗ ਪਏ। ਆਪਣੇ ਇੰਡੀਅਨ ਕਲਚਰਲ ਅਤੇ ਮੋਰਲ ਵੈਲਿਊਜ਼ ਨੂੰ 'ਤੇ ਵੀ ਜ਼ਿਆਦਾ ਅਫੈਕਟ ਪਿਆ। ਥਰਡ ਵਨ ਆ ਡੋਮੀਨੈਂਸ ਆਫ ਫੋਰਨ ਕੰਪਨੀਜ਼। ਗਲੋਬਲਾਈਜੇਸ਼ਨ ਦੇ ਆਉਣ ਦੇ ਨਾਲ ਕਹਿੰਦੇ ਜਿਹੜਾ ਆ ਕੰਪਨੀਜ਼ ਆ ਉਹ ਡੋਮੀਨੇਟ ਹੋਣ ਲੱਗ ਪਈਆਂ। ਇੱਕ ਲਾਰਜ ਪਾਰਟ ਇੰਡੀਆ ਦਾ ਸੀਗਾ ਜਿਹੜਾ ਕਿ ਪੋਸੈਸ਼ਨ ਸੀਗਾ ਫੋਰਨ ਕੰਪਨੀਜ਼ ਦਾ। ਫੋਰ ਐਗਜ਼ਾਮਪਲ ਕਿਹੜੀਆਂ ਕੰਪਨੀਜ਼ ਨੇ ਜਗ੍ਹਾ ਬਣਾ ਲਈ? ਕੋਕ ਐਂਡ ਪੈਪਸੀ। ਇਹਨਾਂ ਨੇ ਆਪਣੀ ਕੋਲਡ ਡਰਿੰਕ ਦੇ ਵਿੱਚ ਮਾਰਕੀਟ ਦੇ ਵਿੱਚ ਆਪਣੀ ਲਾਰਜ ਸ਼ੇਅਰ ਜਿਹੜਾ ਆ ਅਮਾਊਂਟ ਹੈ ਇਹਨਾਂ ਤੋਂ ਲਿਆ ਜਾਂਦਾ ਆ। ਫੋਰਥ ਵਨ ਹੈ ਇਨਕਰੀਜ਼ ਇਨ ਇਕਨੋਮਿਕ ਇਨਕੁਐਲਿਟੀਜ਼। ਇਨਕੁਐਲਿਟੀਜ਼ ਮੀਨਸ ਰਿਚ ਔਰ ਪੂਅਰ ਦੇ ਵਿੱਚ ਕਿਵੇਂ ਇਫੈਕਟ ਪਿਆ? ਹੁਣ ਜ਼ਿਆਦਾ ਬੈਨੀਫਿਟਡ ਗਲੋਬਲਾਈਜੇਸ਼ਨ ਦੇ ਆਉਣ ਕਰਕੇ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਆ ਉਹਨਾਂ ਨੇ ਆਪਣਾ ਬਿਜ਼ਨਸ ਆਪਣਾ ਗ੍ਰੈਂਡ ਕਰ ਲਿਆ, ਜਿਹਦੇ ਕਰਕੇ ਸਮੋਲ ਐਂਡ ਜਿਹੜੀਆਂ ਮੀਡੀਅਮ ਔਰ ਮਿਡਲ ਇੰਡਸਟਰੀ ਸੀਗੀਆਂ ਉਹਨਾਂ 'ਤੇ ਬੁਰਾ ਪ੍ਰਭਾਵ ਪਿਆ ਗਲੋਬਲਾਈਜੇਸ਼ਨ ਕਰਕੇ। ਜਿਹੜੇ ਰਿਚ ਆ ਉਹ ਜ਼ਿਆਦਾ ਰਿਚ ਹੁੰਦੇ ਗਏ, ਜਿਹੜੇ ਗਰੀਬ ਆ ਉਹ ਜ਼ਿਆਦਾ ਗਰੀਬ ਹੋਣ ਲੱਗ ਪਏ। ਸੋ ਫਿਫਥ ਵਨ ਅਨਇੰਪਲੋਇਮੈਂਟ। ਕੈਪੀਟਲ ਇੰਸਟੈਂਸਿਵ ਟੈਕਨੋਲੋਜੀ ਜ਼ਿਆਦਾ ਯੂਜ਼ ਹੋਣ ਲੱਗ ਪਈ। ਹਿਊਮਨ ਜਿਹੜੀ ਆ ਲੇਬਰ ਇੰਸਟੈਂਸਿਵ ਟੈਕਨੋਲੋਜੀ ਘੱਟ ਯੂਜ਼ ਹੋਣ ਲੱਗ ਗਈ ਕਿਉਂਕਿ ਆਟੋਮੈਟਿਕ ਟੈਕਨੋਲੋਜੀ ਨੂੰ ਜ਼ਿਆਦਾ ਯੂਜ਼ ਕਰਨ ਲੱਗ ਪਏ, ਕੰਪਿਊਟਰਸ ਨੂੰ ਜ਼ਿਆਦਾ ਯੂਜ਼ ਕਰਨ ਲੱਗ ਪਏ, ਤਾਂ ਕਰਕੇ ਜਿਹੜੇ ਲੇਬਰਸ ਆ ਉਹਨਾਂ ਦੀ ਸ਼ਮਤਾ ਘੱਟ ਗਈ। ਸ਼ਮਤਾ ਮੀਨਸ ਉਹਨਾਂ ਨੂੰ ਕੰਮ ਜਿਹੜਾ ਘੱਟ ਮਿਲਣ ਲੱਗ ਪਿਆ, ਅਤੇ ਇਹਦੇ ਕਰਕੇ ਜਿਹੜਾ ਕੀ ਆ ਅਨਇੰਪਲੋਇਮੈਂਟ ਦੇ ਜਿਹੜਾ ਆ ਇਨਕਰੀਜ਼ ਹੁੰਦੀ ਜਾ ਰਹੀ ਆ ਗਲੋਬਲਾਈਜੇਸ਼ਨ ਆਉਣ ਦੇ ਕਾਰਨ। ਸਿਕਸਥ ਪੁਆਇੰਟ ਹੈ ਐਕਸਪੋਲਾਈਜੇਸ਼ਨ ਆਫ ਲੇਬਰ। ਗਲੋਬਲਾਈਜੇਸ਼ਨ ਆਉਣ ਕਰਕੇ ਆਪਣੇ ਕੋਲ ਜਿਹੜੀਆਂ MNC ਮਲਟੀਨੈਸ਼ਨਲ ਕੰਪਨੀਜ਼ ਦਾ ਉਹ ਜ਼ਿਆਦਾ ਸਟਾਰਟ ਹੋ ਗਈਆਂ, ਉਹਨਾਂ ਨੂੰ ਜ਼ਿਆਦਾ ਆਪਰੇਟ ਕਰਨਾ ਸਟਾਰਟ ਕਰਤਾ, ਜਿਹਦੇ ਕਰਕੇ ਉਹਨਾਂ ਨੇ ਕੀ ਕੀਤਾ ਲੇਬਰਸ ਨੂੰ ਘੱਟ ਜਿਹੜੀਆਂ ਤਨਖਾਹਾਂ 'ਤੇ ਰੱਖਿਆ ਗਿਆ। ਉਹਨਾਂ ਨੂੰ ਜ਼ਿਆਦਾ ਉਹਨਾਂ ਤੋਂ ਕੰਮ ਜ਼ਿਆਦਾ ਲਿਆ ਜਾ ਰਿਹਾ ਆ, ਉਹਨਾਂ ਨੂੰ ਘੱਟ ਤਨਖਾਹ 'ਤੇ ਰੱਖਿਆ ਜਾ ਰਿਹਾ, ਉਹਨਾਂ ਦੀ ਕੋਈ ਜੋਬ ਦੀ ਸਿਕਿਉਰਿਟੀ ਨਹੀਂ ਰੱਖੀ ਜਾ ਰਹੀ। ਇਸ ਕਰਕੇ ਜਿਹੜਾ ਕੀ ਆ ਮੀਨਸ ਲੇਬਰ ਦਾ ਸ਼ੋਸ਼ਣ ਹੋ ਰਿਹਾ ਆ ਮਜ਼ਦੂਰਾਂ ਦਾ। ਸੈਵਨਥ ਵਨ ਆ ਟੈਕਸ ਅਵੇਸ਼ਨ। ਅੰਡਰ ਗਲੋਬਲਾਈਜੇਸ਼ਨ ਫੋਰਨ ਇਨਵੈਸਟਰਸ ਆ ਮਲਟੀਨੈਸ਼ਨਲ ਕੰਪਨੀਜ਼ ਨੂੰ ਜ਼ਿਆਦਾ ਯੂਜ਼ ਕਰਨ ਕਰਕੇ ਜਿਹੜੇ ਟੈਕਸ ਆ ਉਹਨਾਂ ਨੂੰ ਅਵੇਡ ਕੀਤਾ ਗਿਆ। ਫੋਰ ਐਗਜ਼ਾਮਪਲ ਕੀ ਹੈ, ਸੈਵਰਲ ਟੈਕਸਸ ਹੈਵ ਬੀਨ ਇਨਵੈਸਟਿੰਗ ਇਨ ਇੰਡੀਅਨ ਥਰੂ
ਮੈਚਿਓਰਿਟੀ ਜਸਟ ਟੂ ਅਵੇਟ ਟੈਕਸਿਸ। ਉਹਨਾਂ ਨੇ ਕੀ ਕੀਤਾ, ਆਪਣੇ ਜਿਹੜੀਆਂ ਟਰਮਸ ਜ਼ਿਆਦਾ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ, ਟੈਕਸ ਨੂੰ ਦੇਣਾ ਘਟਾ ਦਿੱਤਾ, ਜਿਹਦੇ ਕਰਕੇ ਆਪਣੇ ਰਾਸ਼ਟਰ ਨੂੰ ਪੂਰਾ ਬਹੁਤ ਹੀ ਲਾਸ ਹੋਇਆ। ਨੈਕਸਟ ਹੈ ਪੋਲੀਟੀਕਲ ਇੰਟਰਫੇਅਰੈਂਸ, ਲਾਸਟ ਵਨ ਆ ਪੁਆਇੰਟ ਆ ਇਹਦੇ ਵਿੱਚ ਕੀ ਆ, ਹੁਣ ਗਲੋਬਲਾਈਜੇਸ਼ਨ ਆਉਣ ਕਰਕੇ ਇਕਨੋਮਿਕ ਕੰਡੀਸ਼ਨ ਅਤੇ ਇਕਨੋਮਿਕ ਪੋਲਿਸੀਜ਼ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਕੰਪਨੀਜ਼ ਆ ਜਿਨ੍ਹਾਂ ਦੇ ਉੱਤੇ ਕੰਟਰੀ ਦੇ ਉੱਤੇ ਇਕੋਨਮੀ ਜਿਹੜਾ ਆ ਇਫੈਕਟ ਪਿਆ, ਕਿਉਂਕਿ ਗਵਰਨਮੈਂਟ ਇਹਦੇ ਵਿੱਚ ਜ਼ਿਆਦਾ ਆਪਣੀਆਂ ਫੇਵਰੇਬਲ ਪੋਲਿਸੀਜ਼ ਡਿਟੈਕਟ ਕਰਨ ਲੱਗ ਗਈ, ਇੰਟਰੈਕਟ ਕਰਨ ਲੱਗ ਪਈ, ਜਿਹਦੇ ਕਰਕੇ ਸੀਰੀਅਸ ਜਿਹੜਾ ਹੈ ਆਪਣੇ ਰਾਸ਼ਟਰ 'ਤੇ ਇੰਪੈਕਟ ਪਿਆ। ਇਹਦਾ ਕਨਕਲੂਜ਼ਨ ਕੀ ਆ, ਆ ਤਿੰਨੋਂ ਟਰਮਸ ਦਾ ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ ਐਂਡ ਗਲੋਬਲਾਈਜੇਸ਼ਨ, ਇਹ ਤਿੰਨੋਂ ਹੀ ਇਕਨੋਮਿਕ ਰਿਫਾਰਮ ਦੇ ਲਈ ਬਹੁਤ ਹੀ ਵਧੀਆ ਆ, ਜਿਹਦੇ ਕਰਕੇ ਮਲਟੀ ਡਿਮੈਂਸ਼ਨਲ ਰਿਫਾਰਮਸ ਆਪਣੇ ਇੰਡੀਅਨ ਇਕੋਨਮੀ ਦੇ ਵਿੱਚ ਆਏ। ਇਹਦੇ ਨਾਲ ਜਿਹੜੀ ਹੈ ਕਿ ਇਹਦੇ ਤਿੰਨੋਂ ਦੇ ਦੋਨੇ ਜਿਹੜੇ ਮੁੱਦੇ ਆ ਆਪਾਂ ਕਹਿ ਸਕਦੇ ਹਾਂ ਇਹਦੇ ਮੈਰਿਟਸ ਵੀ ਆ ਅਤੇ ਡੀਮੈਰਿਟਸ ਵੀ ਆ। ਥੈਂਕਸ ਟੂ ਆਲ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆ, ਜੇ ਸਮਝ ਨਹੀਂ ਆਇਆ ਤਾਂ ਪੁੱਛ ਲਿਓ।